मैं मूर्ख की केतक बात है, कोट अपराधी तरिया रे। गुरु नानक जन सुनिया पेखिया, से फिर गरबास ना परिया रे। तेरे गुण बहुते मैं एक न जानिया, मैं मूर्ख किश दीजै। प्रणवत नानक सुन मेरे साहिबा, डुबदा पत्थर लीजै। प्रणवत नानक सुन मेरे साहिबा, डुबदा पत्थर लीजै। सतनाम वाहिगुरु साहिब जी। एक ओंकार सतनाम करता पुरख, निरभउ निरवैर। अकाल मूरत अजूनी, सैभं गुर प्रसाद। जप आद सच जोगाद सच, है भी सच। नानक होसी भी सच, आद सच जोगाद सच, है भी सच। नानक होसी भी सच। वाहिगुरु जी का खालसा, वाहिगुरु जी की फतेह। जुगो जोगे अटल। धन धन श्री गुरु ग्रंथ साहिब जियां दी महान बख्शिश सदका, धन धन गुरु रामदास साहिब सच्चे पातशाह जी, तिन्हां दी मेहर अमृत सदका, तिन्हां दे चरणां विच अरदास बेनती करके आप संगतां दे हुकम अते असीस दे सदका, सतगुरां दी धन गुरु ग्रंथ साहिब जियां दी पवित्र मुकद्दस बाणी दी लड़ीवार कथा दी आरंभता आपां साहिब दी बख्शिश नाल करन जा रहे हां। साहिब सतगुरु दे चरणां च बेनती करिए, सतगुरु जी आप मेहरमत करके बख्शिश करके विचार की सेवा लैन। ये तद ही संभव होएगा जदों धन गुरु हरकृष्ण साहिब आप कृपा की छड़ी सिर ते रख के आप विच वरत के मेहरमत करके सेवा लैन। ते साहिब दे चरणां च बेनती करिए, सतगुरु जी आप अपनी बुद्ध है जेती, बरणत भैन भैन तोहे तेती। बेनती करिए हौ आपो बोल न जानदा, मैं कहिया सब हुक्माओ जियो। आप ही ऐसे बचन बुलाने, ऐसी मेहरमत करनी ताकि संगत दा इस अगमी तुरकी बाणी नाल रब्बी कलाम नाल प्यार बन सके ते संगत आप जी दे चरणां नाल जुड़ सके। सत संगत जी आओ विस्तार विच जाइए ते बहुत टाइम चाहिदा। भावें इस अगमी बाणी लई दुनिया के बहुत विद्वानां ने वक्रे वक्रे विचार दिते ने, गुरमत के नज़रिए नाल, धर्म के नज़रिए नाल। फिर भी दो को बेनतियां आरंभ जरूर तुहाडे नाल साझियां करनियां चाहना। पहली बेनती तो गुरु की संगत जी, धन गुरु ग्रंथ साहिब जियां दी ये जिहड़ी अलाही मुकद्दस बाणी है, जितों इस पवित्र बाणी की आरंभता होंदी है, जिसनों आपां जपजी साहिब जी के मुकद्दस नाम नाल जानने आ, सुनने आ, पढ़ने आ।
ਪਹਿਲੀ ਬੇਨਤੀ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਪੁਰਾਤਨ ਸਰੂਪਾਂ ਤੋਂ ਲੈ ਕੇ ਇਸ ਪਵਿੱਤਰ ਬਾਣੀ ਦਾ ਨਾਮ ਜਪ ਨਿਸ਼ਾਨ ਹੈ ਕਿ ਅਸੀਂ ਜੀ ਸਤਿਕਾਰ ਨਾਲ ਲਾਉਣੇ ਆ ਜਪਜੀ ਸਾਹਿਬ, ਕਿਉਂਕਿ ਗੁਰਸਿੱਖਾਂ ਦੇ ਅੰਦਰ ਗੁਰਬਾਣੀ ਦਾ ਸਤਿਕਾਰ ਇਹ ਸਾਹਿਬ ਦੀ ਬਾਣੀ ਹੈ ਤੇ ਸਾਹਿਬ ਨੂੰ ਵੱਡੇ ਨੂੰ ਜੀ ਕਹਿ ਕੇ ਬੁਲਾਈਦਾ ਹੈ, ਉਹਦੇ ਇਲਾਹੀ ਕਲਾਮ ਨੂੰ ਵੀ ਜੀ ਕਹਿ ਕੇ ਸੰਬੋਧਨ ਕਰੀਦਾ। ਤੇ ਜਦੋਂ ਅਸੀਂ ਸਤਿਗੁਰਾਂ ਸੱਚੇ ਪਾਤਸ਼ਾਹ ਦੀ ਪੁਰਾਤਨ ਸਰੂਪਾਂ ਵੱਲ ਜਾਵਾਂਗੇ, ਉਹਨੂੰ ਕਦੇ ਆਪਾਂ ਡਿਫਰੈਂਟ ਤੌਰ ਤੇ ਇਸ ਵਿਸ਼ੇ ਨੂੰ ਲੈ ਕੇ ਸਮਝਾਂਗੇ ਭਾਵੇਂ, ਕਿਉਂਕਿ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਦੀ ਆਰੰਭਤਾ ਕਰਨੀ ਹੈ। ਫਿਰ ਵੀ ਸਾਧ ਸੰਗਤ ਜੀ, ਜਦੋਂ ਅਸੀਂ ਰੱਬੀ ਬਾਣੀ ਦੇ ਪੁਰਾਤਨ ਸਰੂਪਾਂ ਨੂੰ ਦੇਖਣੇ ਆ ਤੇ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਇਸ ਪਵਿੱਤਰ ਬਾਣੀ ਦੇ ਜਿਹੜੇ ਤਤਕਰੇ ਨੇ, ਜਦੋਂ ਸਨ 1675 ਵਿੱਚ ਕਹਿ ਲਓ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਮੇਂ ਅੰਦਰ ਸਾਧ ਸੰਗਤ ਜੀ ਪੁਰਾਤਨ ਜਿਹੜੇ ਸਰੂਪ ਹੱਥ ਲਿਖਤ ਲਿਖੇ ਗਏ, ਜਾਂ ਹੋਰ ਵੀ ਬਹੁਤ ਪੁਰਾਤਨ ਸਰੂਪ, ਉਹਨਾਂ 'ਚ ਆਪਾਂ ਤਤਕਰਾ ਪੜਾਂਗੇ ਨਾ। ਇਸ ਰੱਬੀ ਬਾਣੀ ਨੂੰ ਲਿਖਣ ਲਈ ਤਤਕਰੇ ਮਿਲਦੇ ਨੇ। ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ। ਸੂਚੀ ਪੱਥਰ ਪੱਤਰ ਪੋਥੀ ਕਾ ਤਤਕਰਾ ਰਾਗਾਂ ਕਾ, ਸੰਮਤ 1732 ਮਿਤੀ ਅਗਹਨ ਵਦੀ 7 ਗ੍ਰੰਥ ਲਿਖਿਆ। ਜਦੋਂ ਦੀ ਆਰੰਭਤਾ ਹੋਈ ਉੱਥੇ ਤੁਹਾਨੂੰ ਮਿਲੇਗਾ ਜਪ ਸ਼੍ਰੀ ਗੁਰੂ ਰਾਮਦਾਸ ਜੀਓ ਕਿਆ ਦਸਤਕਾਂ ਕਾ ਨਕਲ ਕਾ ਨਕਲ, ਇਸ ਕਾ ਨਕਲ ਨਕਲ ਕਾ ਨਕਲ, ਇੱਦਾਂ ਕਰਦੇ ਆ ਇਹ 12 ਵਾਰ ਲਿਖਿਆ ਮਿਲੇਗਾ। ਇਹ ਸੂਚਨਾ ਤੋਂ ਸਾਫ਼ ਹੈ ਕਿ ਇਹ ਉਹ ਜਿਹੜੀ ਬੀੜ ਹੈ, ਉਹ ਜਿਹੜਾ ਪੁਰਾਤਨ ਸਰੂਪ ਹੈ, ਉਹਦੇ ਅੰਦਰ ਇਹਦੀ 12ਵਾਂ ਉਤਾਰਾ ਹੋ ਚੁੱਕਿਆ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪੁਰਾਤਨ ਸਰੂਪਾਂ 'ਚ ਨਕਲ ਦਾ ਅਰਥ ਹੁੰਦਾ ਉਤਾਰਾ। ਕਹਿਣ ਤੋਂ ਭਾਵ ਇੱਦਾਂ, ਜਾਂ ਜਪ ਨਿਸ਼ਾਨ ਗੁਰੂ ਜੀ ਕੇ ਦਸਤਕਾਂ ਕਾ, ਜਾਂ ਗੁਰੂ ਰਾਮਦਾਸ ਜੀ ਕੇ ਦਸਤਕਾਂ ਕਾ। ਖੈਰ ਇਹ ਪੁਰਾਤਨ ਸਰੂਪਾਂ ਅੰਦਰ ਸਾਨੂੰ ਸਾਰੇ ਹਵਾਲੇ ਮਿਲਦੇ ਨੇ। ਤੇ ਫਿਰ ਵੀ ਸਾਧ ਸੰਗਤ ਜੀ, ਇਸ ਅਗੰਮੀ ਬਾਣੀ ਦੇ ਪ੍ਰਥਾਏ ਜਿਹੜੇ ਵੱਡੇ ਵੱਡੇ ਵਿਦਵਾਨਾਂ ਨੇ ਆਪਣੇ ਖਿਆਲ ਦਿੱਤੇ ਨੇ, ਜਦੋਂ ਆਪ ਜੀ ਕਦੇ ਪੜ੍ਹੋਗੇ ਤੇ ਗੁਰੂ ਨਾਨਕ ਸਾਹਿਬ ਜੀਆਂ ਦੀ ਸਰਬੀ ਬਾਣੀ ਜਪਜੀ ਸਾਹਿਬ ਨੂੰ ਗੁਰੂ ਸਾਹਿਬ ਜੀਆਂ ਦੀ ਸ਼ਾਹਕਾਰ ਰਚਨਾ ਵੀ ਮੰਨਿਆ ਹੋਇਆ। ਸ਼ਾਹਕਾਰ ਸਭ ਤੋਂ ਉੱਚੀ, ਸਭ ਤੋਂ ਵੱਡੀ, ਇਹਨੂੰ ਵਿਦਤ ਕਰਕੇ ਇੱਦਾਂ ਜਾਂ ਲਿਖਿਆ ਹੋਇਆ ਦਰਜ ਹੈ। ਮਾਸਟਰਪੀਸ ਕਹਿ ਲਓ ਤੁਸੀਂ, ਸ਼ਾਹਕਾਰ ਰਚਨਾ ਕਹਿ ਲਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਕਿ ਇਹਦੇ ਲਈ ਬਹੁਤ ਵਿਦਵਾਨਾਂ ਨੇ, ਵੱਡਿਆਂ ਵੱਡਿਆਂ ਨੇ ਜਿਹੜੇ ਸ਼ਬਦ ਕਹੇ ਨੇ ਨਾ। ਜੇ ਤੁਸੀਂ ਕਦੇ ਰਾਧਾ ਕ੍ਰਿਸ਼ਨ ਰਾਸ਼ਟਰਪਤੀ ਨੂੰ ਪੜ੍ਹੋਗੇ, ਉਹਨੇ ਲਿਖਿਆ ਸੀ, ਕਹਿਣ ਲੱਗਾ ਬੈਸਟ ਨੋਨ ਵਰਕ, ਇਹ ਐਸੀ ਖੇਡ ਹੈ। ਇਹਦੇ ਪ੍ਰਥਾਏ ਹੋਰ ਬੜੇ ਬੜੇ ਵਿਦਵਾਨਾਂ ਦੇ ਬੋਲ ਸਾਨੂੰ ਜਪਜੀ ਸਾਹਿਬ ਦੇ ਪ੍ਰਥਾਏ ਮਿਲਦੇ ਨੇ। ਤੇ ਜਿਹੜੇ ਅਲੰਕਾਰ ਨੇ, ਤੁਸੀਂ ਹੈਰਾਨ ਹੋਵੋਗੇ, ਇਹਦੇ ਅੰਦਰ ਅਕਸਰ ਹੀ ਜਿਹੜੇ ਅਸੀਂ ਅਲੰਕਾਰ ਪੜ੍ਹਨੇ ਜਾਂ ਸੁਣਦੇ ਆ ਵਿਦਵਾਨ ਸੱਜਣ, ਹੁਣ ਇਹਦੇ ਅੰਦਰ ਉਹ ਸਾਰੇ ਦੇ ਸਾਰੇ ਵਿਦਤ ਨੇ, ਦਰਜ ਨੇ। ਜਿਵੇਂ ਉੱਤਰ ਅਲੰਕਾਰ, ਕਿਉਂਕਿ ਮੈਂ ਪਹਿਲੇ ਪਾਰਟ ਵਿੱਚ ਤੁਹਾਨੂੰ ਇਹ 2-4 ਬੇਨਤੀਆਂ ਜ਼ਰੂਰ ਕਰਨੀਆਂ, ਕਿਉਂਕਿ ਜਪਜੀ ਦੀ ਭੂਮਿਕਾ ਦੀ ਗੱਲ ਹੁੰਦੀ ਹੈ ਤੇ ਅਸੀਂ ਉਹਦੇ ਕਈ ਵਾਰੀ ਅੰਦਰ ਦਾ ਜ਼ਿਕਰ ਵੀ ਕਰਨੇ ਆ। ਹੁਣ ਉੱਤਰ ਅਲੰਕਾਰ ਹੁੰਦਾ ਇੱਕ, ਜਿੱਥੇ ਪ੍ਰਿਸ਼ਨ ਤੇ ਉੱਤਰ ਸੂਚਿਤ ਹੋਣ, ਭਾਵ ਪ੍ਰਿਸ਼ਨ ਹੋਵੇ ਤੇ ਨਾਲ ਉੱਤਰ ਦਿੱਤਾ ਹੋਵੇ। ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਥਾਵਾਂ ਤੇ ਹੈ, ਤੇ ਜਪਜੀ ਸਾਹਿਬ ਅੰਦਰ ਵੀ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਇਹ ਉੱਤਰ ਅਲੰਕਾਰ ਅੰਦਰ ਦਰਜ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਲੇਖ ਅਲੰਕਾਰ ਹੈ, ਜਿਵੇਂ ਜਿਵੇਂ ਬਚਨ ਅੱਗੇ ਆਉਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ। ਉਹ ਲੇਖ ਅਲੰਕਾਰ ਹੈ ਜਦੋਂ ਕਿਸੇ ਵਸਤੂ ਨੂੰ ਸਾਧ ਸੰਗਤ ਜੀ ਕਈ ਲੋਕ ਆਪੋ ਆਪਣੀ ਬੁੱਧੀ ਅਨੁਸਾਰ ਭਿੰਨ ਭਿੰਨ ਰੂਪਾਂ 'ਚ ਕਲਪਨ, ਉਹਦੀ ਕਲਪਨਾ ਕਰਨ, ਉਹਨੂੰ ਬਿਆਨਨ, ਉਹਨੂੰ ਉਲੇਖ ਅਲੰਕਾਰ ਕਹਿੰਦੇ ਨੇ। ਸਾਹਿਬ ਨੇ ਉਹ ਵੀ ਦਰਜ ਕੀਤਾ ਹੈ ਗਾਵੇ ਦੀਆਂ ਪੌੜੀਆਂ ਅੰਦਰ। ਸੰਭਾਵਨਾ ਅਲੰਕਾਰ ਹੁੰਦਾ ਹੈ, ਸਲੇਖ ਅਲੰਕਾਰ ਹੁੰਦਾ, ਕਾਰਨਮਾਲਾ ਅਲੰਕਾਰ ਹੁੰਦਾ ਹੈ। ਇਸ ਤਰੀਕੇ ਨਾਲ ਸਾਧ ਸੰਗਤ ਜੀ ਭਾਵਕ ਅਲੰਕਾਰ ਹੁੰਦਾ ਹੈ, ਯਮਕ ਅਲੰਕਾਰ ਹੁੰਦਾ, ਲਲਿਤ ਹੁੰਦਾ, ਵਿਰੋਧ ਹੁੰਦਾ ਹੈ, ਤੇ ਫਿਰ ਵਿਭਾਵਨਾ ਅਲੰਕਾਰ ਹੁੰਦਾ ਹੈ। ਅਰਥ ਅਲੰਕਾਰ ਵੀ ਸਤਿਗੁਰੂ ਗੋਬਿੰਦ ਸਾਹਿਬ ਅੰਦਰ ਇਸ ਬਾਣੀ ਅੰਦਰ ਦਰਜ ਹੈ। ਖੈਰ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਸ਼ਾਹਕਾਰ ਰਚਨਾ ਹੈ, ਇਹਦੇ ਪ੍ਰਥਾਏ ਵਿਦਵਾਨਾਂ ਦੇ ਇੰਨੇ ਬੋਲ ਨੇ, ਸਾਰੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਤੇ ਆਪਾਂ ਕਈ ਪਾਰਟ ਫਿਰ ਇਸੇ ਦੇ ਬਣ ਜਾਣਗੇ।
ਪਰ ਫਿਰ ਵੀ ਸਾਧ ਸੰਗਤ ਜੀ, ਪੂਰਨ ਸਿੰਘ ਜੀ ਨੇ, ਪ੍ਰੋਫੈਸਰ ਪੂਰਨ ਸਿੰਘ ਜੀ, ਉਹਨਾਂ ਨੇ ਉਹਨਾਂ ਦੀ ਸਾਂਝ ਪਾ ਕੇ ਇਸ ਰੱਬੀ ਬਾਣੀ ਦੀ ਵਿਚਾਰ ਵੱਲ ਆਪਾਂ ਪਰਤਾਂਗੇ। ਉਹਨਾਂ ਨੇ ਬਚਨ ਕਹੇ ਨੇ, ਕਹਿਣ ਲੱਗੇ, ਭਲਿਓ, ਅਸਲ ਵਿੱਚ ਵਾਸਤਵਿਕ ਵਿੱਚ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਆਪਣਾ ਸੰਦੇਸ਼ ਇਸ ਰੱਬੀ ਬਾਣੀ ਦੁਆਰਾ ਜਿਹੜਾ ਦਿੰਦੇ ਨੇ, ਉਹ ਇੱਕ ਇਸ ਤਰੀਕੇ ਦਾ ਹੈ ਵੀ ਇਹ ਕਹਿ ਲਈਏ ਵੀ ਜਪਜੀ ਹੀ ਗੁਰੂ ਨਾਨਕ ਹੈ ਤੇ ਗੁਰੂ ਨਾਨਕ ਹੀ ਜਪ ਸਾਹਿਬ ਹੈ, ਜਪਜੀ ਸਾਹਿਬ ਹੈ। ਇਹ ਕੋਈ ਭੁੱਲ ਨਹੀਂ ਜਾਂ ਕੋਈ ਅਤ ਕਥਨੀ ਨਹੀਂ ਜਾਂ ਕੁਫਰ ਨਹੀਂ ਹੈ। ਤੇ ਵਾਕਿਆ ਉਹਨਾਂ ਪੂਰਨ ਸਿੰਘ ਜੀ ਨੇ ਠੀਕ ਹੈ, ਉਹਨਾਂ ਦੇ ਜਿਹੜੇ 4 ਇੰਗਲਿਸ਼ ਦੇ ਸ਼ਬਦ ਨੇ, ਮੈਂ ਮੁਆਫੀ ਚਾਹਾਂਗਾ, ਮੈਨੂੰ ਇੰਗਲਿਸ਼ ਵਿੱਚ ਵੀ ਬੇਨਤੀ ਕਰਨੀ ਪਏਗੀ ਤੇ ਆਪਾਂ ਉਹਦੇ 2 ਅਰਥ ਵੀ ਕਹਿ ਕੇ ਅੱਗੇ ਚੱਲਾਂਗੇ। ਉਹ ਲਿਖਦੇ ਨੇ, ਕਹਿਣ ਲੱਗੇ, ਇਟ ਇਜ਼ ਵੰਡਰਫੁਲ ਦੈਟ ਗੁਰੂ ਨਾਨਕ ਰਿਜ਼ੂਮ his personality in this one hymn of his, we meet the master and it is sound। ਉਹਨਾਂ ਦੇ ਕਹਿਣ ਦਾ ਮਤਲਬ ਹੈ, ਕਹਿੰਦੇ ਕਿੰਨੀ ਇਸ ਚਰਜ ਤੇ ਅਦਭੁਤ ਗੱਲ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਸ ਅਗੰਮੀ ਕਲਾਮ ਅੰਦਰ ਆਪਣਾ ਆਪ ਭਰ ਕੇ ਆਪਣੀ ਮੁਬਾਰਕ ਜਾਤ ਨੂੰ ਸੁਰਜੀਤ ਰੱਖਿਆ ਤੇ ਸਾਨੂੰ ਇਸ ਦੀ ਆਵਾਜ਼ ਵਿੱਚ ਨਿਤ ਗੁਰੂ ਨਾਨਕ ਦੇ ਦੀਦਾਰ ਹੁੰਦੇ ਆ। ਤੇ ਜਪ ਸਾਹਿਬ ਦੀ ਇਹ ਦੁੱਤੀ ਮਹੱਤਤਾ ਤੇ ਮਾਨਤਾ ਦਾ ਤੇ ਮਹਾਤਮ ਹੈ ਜਿਹੜਾ, ਉਹ ਮੁੱਖ ਕਾਰਨ ਹੀ ਹੈ, ਸਭ ਤੋਂ ਵੱਡਾ ਭਾਵ ਗੁਰੂ ਨਾਨਕ ਜਪਜੀ ਵਿੱਚ ਸਮੋਇਆ ਹੋਇਆ, ਗੁਰਬਾਣੀ ਅੰਦਰ ਸਮੋਇਆ ਹੋਇਆ। ਅਗਲੀ ਗੱਲ, ਉਦਾਹਰਣ ਪ੍ਰਮਾਣ ਵਿਦਵਾਨਾਂ ਦੇ ਬਹੁਤ ਨੇ, ਪਰ ਫਿਰ ਵੀ ਸਾਧ ਸੰਗਤ ਦੂਜਾ ਪੁਆਇੰਟ ਜਿਹੜਾ ਆਪਾਂ ਆਰੰਭਤਾ ਤੋਂ ਪਹਿਲਾਂ ਸਮਝਣਾ ਹੈ, ਪੁਰਾਤਨ ਜਦੋਂ ਅਸੀਂ ਮਹਾਂਪੁਰਖਾਂ ਨੂੰ, ਉਹਨਾਂ ਦੀਆਂ ਲਿਖਤਾਂ ਜਾਂ ਵਿਦਵਾਨਾਂ ਨੂੰ, ਜਿਨ੍ਹਾਂ ਨੂੰ ਮਰਜ਼ੀ ਤੁਸੀਂ ਪੜ੍ਹੋਗੇ ਨਾ, ਜਿਨ੍ਹਾਂ ਨੇ ਗੁਰਮਤਿ ਦੀ ਗੱਲ ਗੁਰਬਾਣੀ ਦੇ ਨਜ਼ਰੀਏ ਤੋਂ, ਗੁਰਮਤਿ ਦੇ ਸਿਧਾਂਤ ਤੋਂ ਕੀਤੀ ਹੈ, ਵੇਖੋ ਸਾਧ ਸੰਗਤ ਜੀ, ਉਹ ਮੰਨਦੇ ਨੇ ਤੇ ਵਿਦਵਾਨ ਵੀ ਮੰਨਦੇ ਨੇ, ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਅੰਦਰ ਜਿੰਨੇ ਵੀ ਵਿਸ਼ੇ ਕਹਿ ਲਓ, ਸਬਜੈਕਟ ਕਹਿ ਲਓ, ਕਨਸੈਪਟ ਕਹਿ ਲਓ, ਤੁਹਾਨੂੰ ਮਿਲਣਗੇ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਜੋ ਜਪਜੀ ਸਾਹਿਬ ਅੰਦਰ ਦਰਜ ਨੇ। ਜਪਜੀ ਸਾਹਿਬ ਅੰਦਰ ਉਹਨੂੰ ਸੰਖੇਪ ਅੰਦਰ ਭਾਵੇਂ ਛੋਹਿਆ ਗਿਆ ਹੋਵੇ ਡੂੰਘੇ ਤਲ ਤੋਂ, ਉਹਦੀ ਵਿਆਖਿਆ ਤੁਹਾਨੂੰ ਅਗਲੀਆਂ ਬਾਣੀਆਂ 'ਚ ਲੱਭ ਜਾਏਗੀ। ਤੇ ਇਹਨੂੰ ਇੱਦਾਂ ਵੀ ਵਿਦਵਾਨ ਕਹਿੰਦੇ ਨੇ ਵੀ ਜੋ ਜਪਜੀ ਸਾਹਿਬ ਅੰਦਰ ਹੈ, ਉਹ ਸਾਰਾ ਇਸ ਮਹਾਂਮੰਤਰ ਅੰਦਰ, ਮੂਲ ਮੰਤਰ ਸਾਹਿਬ ਅੰਦਰ ਦਰਜ ਹੈ। ਇੱਕ ਬੇਨਤੀ ਹੋਰ, ਸਗੋਂ ਕੁਝ ਐਸੇ ਸਬਜੈਕਟ ਨੇ ਜਿਨ੍ਹਾਂ ਦਾ ਜ਼ਿਕਰ ਜਪਜੀ ਸਾਹਿਬ ਅੰਦਰ ਹੈ, ਪਰ ਤੁਹਾਨੂੰ ਅੱਗੇ ਉਹਨਾਂ 5 ਦੀ ਗੱਲ ਜਾਂ ਉਹਦੀ ਗੱਲ ਗੁਰੂ ਗ੍ਰੰਥ ਸਾਹਿਬ ਸ਼ਾਇਦ ਨਾ ਮਿਲੇ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਐਸਾ ਸਬਜੈਕਟ ਨਹੀਂ ਹੈ ਜਿਹੜਾ ਜਪਜੀ ਸਾਹਿਬ ਅੰਦਰ ਨਾ ਰੱਖਿਆ ਹੋਵੇ। ਬੇਨਤੀ ਫਿਰ ਕਰਾਂ, ਧਿਆਨ 'ਚ ਆਏ ਗੱਲ, ਗੁਰੂ ਗ੍ਰੰਥ ਸਾਹਿਬ ਦੀ ਅਗਲੇਰੀ ਬਾਣੀ ਅੰਦਰ ਜਪਜੀ ਸਾਹਿਬ ਤੋਂ ਅੱਗੇ ਕੋਈ ਐਸਾ ਵਿਸ਼ਾ ਨਹੀਂ ਜਿਹਦਾ ਜ਼ਿਕਰ ਜਪਜੀ ਸਾਹਿਬ 'ਚ ਪਹਿਲਾਂ ਨਾ ਆਇਆ ਹੋਵੇ। ਤੇ ਜਪਜੀ ਸਾਹਿਬ 'ਚ ਐਸਾ ਇੱਕ ਅਵਸਥਾ ਹੈ ਜਿਹਦਾ ਫਿਰ ਤੁਹਾਨੂੰ ਅੱਗੇ ਜ਼ਿਕਰ ਮਿਲੇਗਾ ਤਾਂ ਬਦਲਵੇਂ ਰੂਪ 'ਚ ਮਿਲੇਗਾ। ਉਹ ਕਿਹੜਾ? ਉਹ 5 ਖੰਡ ਨੇ, ਜਿੱਦੇ ਉੱਥੋਂ ਤੱਕ ਆਪਾਂ ਗੁਰੂ ਨੇ ਸਵਾਸ ਸਰੀਰ ਦਿੱਤਾ ਪਹੁੰਚੇ, ਉਦੋਂ ਸਮਝਾਂਗੇ। ਅੱਗੇ ਉਹ 5 ਖੰਡਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਅੰਦਰ ਦੁਆਰਾ ਨਹੀਂ ਆਏਗਾ, ਕਿਉਂਕਿ ਅਵਸਥਾ ਹੀ ਐਸੀ ਹੈ। ਖੈਰ, ਉਹ ਜਿਸ ਦਿਨ ਉਹ ਰੱਬੀ ਬਾਣੀ ਦੇ ਬੋਲ ਆਉਣਗੇ ਆਪਾਂ ਥੋੜ੍ਹਾ ਵਿਸਤਾਰ ਕਰਾਂਗੇ। ਅਗਲੀ ਗੱਲ, ਭਾਵੇਂ ਇਸ ਬਾਣੀ ਪ੍ਰਥਾਏ ਕਿਸੇ ਨੂੰ ਭੁਲੇਖਾ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਤੇ ਜਪ ਨਿਸ਼ਾਨ ਕਰਕੇ ਜਾਂ ਜਪ ਗੁਰੂ ਜੀ ਕੇ ਦਸਤਕਾਂ ਕਾ ਕਰਕੇ ਇੱਦਾਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਪੁਰਾਤਨ ਸਰੂਪ ਅੰਦਰ ਦਰਜ ਵੀ ਹੈ। ਪਰ ਫਿਰ ਵੀ ਸਾਧ ਸੰਗਤ ਜੀ, ਮਹੱਲਾ ਪਹਿਲਾ ਨਾਂ ਲਿਖਣਾ, ਫਿਰ ਇਹ ਬਾਣੀ ਵਿਸ਼ੇਸ਼ ਰਾਗ ਅੰਦਰ ਦਰਜ ਨਾ ਕਰਨੀ, ਤੇ ਫਿਰ ਇਸ ਬਾਣੀ ਅੰਦਰ ਰਹਾਉ ਨਾ ਆਉਣਾ, ਕੋਈ ਤੇ ਕਾਰਨ ਹੋਏਗਾ ਹੀ ਨਾ, ਇਹ ਕੋਈ ਆਮ ਤੇ ਗੱਲ ਹੈ ਨਹੀਂ। ਇਸ ਲਈ ਪਹਿਲੀ ਗੱਲ ਤਾਂ ਇਹ ਬਾਣੀ ਹੀ ਜਪ ਹੈ। ਜਪ ਤੇ ਜਪ ਕਿੱਦਾਂ ਕਰਨਾ? ਜਪ ਦੇ ਮਤਲਬ ਲਈ ਇਹ ਨੇ, ਵਿਦਵਾਨ ਕਰਦੇ ਨੇ, ਰਸਨਾ ਨਾਲ ਬੋਲਣਾ ਤੇ ਕੰਨਾਂ ਨਾਲ ਸੁਣਨਾ, ਇਹ ਜਪ ਹੈ। ਸੁਣਦਿਆਂ ਸੁਣਦਿਆਂ ਧਿਆਨ ਗਹਿਰਾ ਉਤਰੇਗਾ, ਗੁਰੂ ਦੇ ਦੀਦਾਰ ਕਹਿ ਲਓ, ਅੰਦਰੋਂ ਉਮਾ ਪੈਦਾ ਹੋਏਗਾ। ਬਾਣੀ ਮਿਸਕੀਨ ਜੀ ਇਹ ਸ਼ਬਦ ਬੋਲਦੇ ਨੇ ਆਪਣੀ ਕਥਾ ਅੰਦਰ, ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਸ਼ਬਦ ਨੇ ਕਿ ਬਾਣੀ ਪੜ੍ਹਨੀ ਬਹੁਤ ਸੌਖੀ ਹੈ, ਬਾਣੀ ਜਪਣੀ ਬਹੁਤ ਔਖੀ ਹੈ। ਪੜ੍ਹਨੀ ਵੀ ਚੰਗੀ ਗੱਲ ਹੈ, ਪਰ ਜਪਣੀ
ਬਹੁਤ ਘੱਟ ਗਿਣਤੀ ਦੇ ਲੋਕ ਨੇ ਜਿਹੜੇ ਜਪ ਸਕਦੇ ਨੇ, ਭਾਵ ਬੋਲਦਿਆਂ ਬੋਲਦਿਆਂ ਨਾਲ ਸੁਣਨਾ। ਇਸ ਲਈ ਖੈਰ ਗੱਲ ਮੁਕਾਵਾਂ ਨਾ, ਮਹੱਲਾ ਪਹਿਲਾ ਲਿਖ ਦਿੱਤਾ ਜਾਂਦਾ, ਭਾਵੇਂ ਕੋਈ ਸ਼ੱਕ ਨਹੀਂ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ, ਕੋਈ ਸ਼ੱਕ ਨਹੀਂ। ਤੇ ਸ਼ਾਇਦ ਇਹ ਜਪ ਕੇਵਲ ਗੁਰੂ ਨਾਨਕ ਨਾਲ ਇੱਕ ਥਾਂ ਤੇ ਖੜ ਕੇ ਜੁੜ ਜਾਂਦਾ, ਹੈਡਿੰਗ ਤੋਂ ਮਹੱਲੇ ਤੋਂ ਵੀ ਇਸ ਬਾਣੀ ਨੂੰ ਪਰੇ ਕਰ ਦੇਣਾ। ਇਹਦਾ ਮਤਲਬ ਸੀ ਜਪ ਕਰਨ ਲੱਗਿਆ ਉਸ ਮਾਲਕ ਨਾਲ ਜੁੜੀ, ਜਪ ਕਿਸੇ ਇੱਕ ਦਾ ਨਹੀਂ, ਜਪ ਕਿਸੇ ਵਿਸ਼ੇਸ਼ ਦਾ ਨਹੀਂ, ਜਪ ਪ੍ਰਭੂ ਦਾ ਕਰਨਾ ਹੈ। ਤੇ ਬਾਣੀ ਪ੍ਰਭੂ ਰੂਪ ਹੈ ਤੇ ਗੁਰੂ ਨਾਨਕ ਆਪ ਖੁਦ ਨਿਰੰਕਾਰ ਰੂਪ ਹੈ। ਫਿਰ ਰਾਗਾਂ ਤੋਂ ਰਹਿਤ ਕਰਦੇ ਨੇ, ਨਹਿ ਭੀਜੈ ਰਾਗੀ ਨਾਦੀ ਵੇਦ। ਉੱਥੇ ਇਹ ਬਾਣੀ ਨੂੰ ਜਦੋਂ ਆਪਾਂ ਇਹਦੀ ਵਿਸ਼ੇਸ਼ਤਾ ਕਦੇ ਵੇਖਣੀ ਹੋਵੇ ਨਾ, ਇਹਦੇ ਅੰਦਰ ਦੋਹਰਾ ਵੀ ਹੈ, ਇਹਦੇ ਅੰਦਰ ਦਵਈਆ ਵੀ ਹੈ। ਇਹ ਸਾਰੇ ਤੁਸੀਂ ਕਹਿ ਲਓ ਛੰਦ ਨੇ ਜਾਂ ਕਹਿ ਲਓ ਕਾਵਿ ਦੀਆਂ ਚਾਲਾਂ ਨੇ, ਮਾਤਰਾਵਾਂ ਆਉਂਦੀਆਂ ਨੇ, ਦੋਹਰਾ ਆਉਂਦਾ ਹੈ, ਦਵਈਆ ਆਉਂਦਾ ਹੈ, ਇਹ ਸਾਰੇ ਤੁਹਾਨੂੰ ਇਹਦੇ ਅੰਦਰ ਮਿਲਣਗੇ। ਇਹਦੇ ਅੰਦਰ ਚੌਪਈ ਵੀ ਹੈ। ਹੁਣ ਸੁਣਿਆ ਤੇ ਮੰਨੇ ਦੀਆਂ ਸਾਰੀਆਂ ਪੌੜੀਆਂ ਚੌਪਈ ਦਾ ਰੂਪ ਨੇ, ਇਹ ਇੱਕ ਵੱਖਰਾ ਵਿਸ਼ਾ ਹੈ ਇਹ ਵੀ। ਇਸ ਲਈ ਰਾਗ ਤੋਂ ਫਿਰ ਵੀ ਰਹਿਤ ਹੈ। ਰਾਗ ਦੀ ਬੜੀ ਵਿਸ਼ੇਸ਼ਤਾ ਦੁਨੀਆ ਅੰਦਰ। ਰਾਗ ਦਾ ਅਰਥ ਹੈ ਪ੍ਰੇਮ, ਪਕੜ। ਪਕੜ ਤੋਂ ਸਾਧ ਸੰਗਤ ਜੀ ਬੈਰਾਗ ਹੁੰਦਾ ਹੈ, ਪਕੜ ਤੋਂ ਰਹਿਤ। ਰਾਗ ਹੁੰਦਾ ਪਕੜ ਸਹਿਤ, ਭਾਵ ਗੁਰੂ ਸ਼ਬਦ ਨਾਲ ਪ੍ਰੇਮ ਸਹਿਤ ਪਕੜ ਬਣੇ ਰਾਗ। ਸ਼ਬਦ ਗੁਆਚ ਜਾਵੇ ਫਿਰ ਰਾਗ ਦੀ ਮਹਾਨਤਾ ਨਹੀਂ ਰਹਿ ਜਾਂਦੀ। ਸ਼ਬਦ ਨਾਲ ਗੁਰਬਾਣੀ ਨਾਲ ਰਾਗ ਮਿਲਾ ਦਿੱਤਾ ਜਾਵੇ, ਕੀਰਤਨ ਹੋ ਜਾਂਦਾ ਹੈ। ਇਸ ਲਈ ਫਿਰ ਵੀ ਇਹ ਬਾਣੀ ਰਾਗ ਤੋਂ ਰਹਿਤ। ਫਿਰ ਅਗਲੀ ਗੱਲ ਰਹਾਓ, ਗੁਰੂ ਦੀਆਂ ਗੁਰੂ ਜਾਣੇ। ਪਰ ਜਦੋਂ ਅਸੀਂ ਰੱਬੀ ਬਾਣੀ ਅੱਗੇ ਪੜ੍ਹਾਂਗੇ, ਸੁਖਮਨੀ ਸਾਹਿਬ, ਸਿੱਧਗੋਸ਼ ਸਾਹਿਬ, ਉਹਨਾਂ ਅੰਦਰ ਰਹਾਓ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਸਾਰੀ ਬਾਣੀ ਦਾ ਇੱਕ ਸਬਜੈਕਟ ਹੈ। ਸੁਖਮਨੀ ਸਾਹਿਬ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਇਹਦੇ ਦੁਆਲੇ ਚੱਲੇਗੀ 24 ਸ਼ਲੋਕ ਤੇ ਅਸ਼ਟਪਦੀਆਂ। ਪਰ ਵੱਖਰੇ ਵੱਖਰੇ ਵਿਸ਼ੇ ਹੋਣ ਕਰਕੇ ਜਪਜੀ ਸਾਹਿਬ ਰਹਾਓ ਨਹੀਂ ਹੈ, ਕਿਉਂਕਿ ਇੱਥੇ ਸੋਦਰ ਦੀ ਗੱਲ ਆਉਣੀ, ਖੰਡਾਂ ਦੀ ਗੱਲ ਆਉਣੀ, ਗਾਉਣ ਦੀ ਗੱਲ ਆਉਣੀ, ਸੁਣਨ ਦੀ ਗੱਲ ਆਉਣੀ, ਮੰਨਣ ਦੀ ਗੱਲ ਆਉਣੀ। ਮੰਨਣ ਵਾਲੇ ਪੰਜ ਪ੍ਰਵਾਨ ਕਿੱਦਾਂ ਹੁੰਦੇ ਨੇ ਉਹਦਾ ਜ਼ਿਕਰ ਆਉਣਾ। ਇਸ ਲਈ ਸਾਧ ਸੰਗਤ ਬਹੁਤ ਵਿਸ਼ੇਸ਼ਤਾਵਾਂ ਨੇ। ਅਗਲਾ ਪੁਆਇੰਟ ਜਿਹੜਾ ਜ਼ਰੂਰੀ ਕਹਿਣਾ ਚਾਹੁੰਦਾ, ਇਹ ਵੀ ਵਿਦਵਾਨ ਮੰਨਦੇ ਨੇ ਤੇ ਇਤਿਹਾਸ ਦੇ ਪੱਕੇ ਸਬੂਤ ਨੇ। ਜਿਵੇਂ ਪੱਟੀ ਲਿਖੀ ਬਾਣੀ ਹੈ, ਇਹ ਸੱਚੇ ਪਾਤਸ਼ਾਹ ਨੇ ਜਦੋਂ ਅਸੀਂ ਇਤਿਹਾਸਕ ਤੱਥਾਂ ਨੂੰ ਫਰੋਲਾਂਗੇ, ਇਹ 6 ਸਾਲਾਂ ਦੀ ਆਰਬਲਾ 'ਚ ਉਚਾਰਤੀ ਸੀ। ਯਾਦ ਰੱਖਿਆ ਜੇ ਲਗਭਗ 1475 ਅੰਦਰ ਜਦੋਂ ਪਾਧੇ ਕੋਲ ਜਾਂਦੇ ਨੇ, ਗੋਪਾਲ ਪਾਧੇ ਕੋਲ ਪੱਟੀ ਲਿਖੀ ਬਾਣੀ, ਤੇ ਯਾਦ ਰੱਖਿਓ ਸ਼ਾਹਕਾਰ ਜਿਹੜੀ ਸ਼ਾਹਮੁਖੀ ਗੁਰਮੁਖੀ 'ਚ ਲਿਖੀ ਹੈ, ਉੱਦਾਂ ਹੀ ਉਹਦੀ ਬੰਤਰ ਹੈ, ਸੱਸੇ ਤੋਂ ਸ਼ੁਰੂ ਹੁੰਦੀ ਹੈ ਤੇ ਆਪ ਜੀ ਜਾਣਦੇ ਹੋ। ਇਸ ਤਰੀਕੇ ਨਾਲ ਆਈਡੀ ਤੇ ਜਾ ਕੇ ਖਤਮ ਹੋਏਗੀ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਪਜੀ ਸਾਹਿਬ ਹੋਰ ਬਾਣੀਆਂ ਨਾਲੋਂ ਬਾਅਦ ਵਿੱਚ ਲਿਖੀ ਗਈ ਹੈ, ਅਵਤਾਰਨ ਹੁੰਦੀ ਹੈ। ਪਰ ਸਾਧ ਸੰਗਤ ਜੀ ਦਰਜਾ ਪਹਿਲਾਂ ਕਿਉਂਕਿ ਭਾਈ ਗੁਰਦਾਸ ਸਾਹਿਬ ਇਸ ਗੱਲ ਨੂੰ ਖੋਲ੍ਹਣਗੇ, ਕਦੇ ਉਹਨਾਂ ਨੂੰ ਜ਼ਰੂਰ ਪੜ੍ਹੀਏ। ਇਹ ਸੋਦਰ ਆਰਤੀ ਗਾਵੀ ਹੈ, ਆਰਤੀ ਦੀ ਗੱਲ ਕੀਤੀ ਹੈ। ਉੱਥੇ ਉਹਨਾਂ ਨੇ ਸ਼ਬਦ ਕਹਿਣ ਲੱਗੇ ਸੋਦਰ ਦੀ ਗੱਲ ਹੈ, ਸੋਹਿਲੇ ਦੀ ਗੱਲ ਹੈ, ਆਰਤੀ ਦੀ ਗੱਲ ਹੈ। ਤੇ ਨਾਲ ਭਾਈ ਗੁਰਦਾਸ ਸਾਹਿਬ ਨੇ ਕਿਹਾ ਅੰਮ੍ਰਿਤ ਵੇਲਾ ਜਪ ਉਚਾਰਾ। ਅੰਮ੍ਰਿਤ ਵੇਲਾ ਰਾਤ ਦਾ ਉਹ ਚੌਥਾ ਪਹਿਰ, ਦਿਨ ਆਉਣ ਵਾਲਾ ਹੈ। ਜੇ ਤੂੰ ਉਹਨੂੰ ਸੰਭਾਲ ਲੈ, ਉਹਦੇ ਨਾਲ ਜਪਜੀ ਨਾਲ ਜੁੜ ਜਾਏ ਤੇ ਜ਼ਿੰਦਗੀ ਵਿੱਚ ਚਾਨਣ ਹੋ ਜਾਏਗਾ ਦਿਨ ਵਰਗਾ। ਉਧਰ ਵੀ ਪਹਿਲਾ ਟਾਈਮ, ਗੁਰੂ ਗ੍ਰੰਥ ਸਾਹਿਬ ਅੰਦਰ ਵੀ ਪਹਿਲਾ ਸਥਾਨ, ਅੰਮ੍ਰਿਤ ਦੀਆਂ ਬਾਣੀਆਂ ਅੰਦਰ ਵੀ ਪਹਿਲਾ ਸਥਾਨ। ਤੇ ਸਾਧ ਸੰਗਤ ਜਪ ਕਿਸੇ ਇੱਕ ਦਾ ਨਹੀਂ, ਪ੍ਰਭੂ ਦਾ। ਇਸ ਲਈ ਇੱਕ ਇੱਕ ਕਰਕੇ ਗਿਣਦੇ ਰਹੀਏ, ਪਤਾ ਨਹੀਂ ਕਿੰਨੀਆਂ ਵਿਸ਼ੇਸ਼ਤਾਵਾਂ ਇਸ ਮੁਕੱਦਸ, ਇਸ ਪਵਿੱਤਰ ਬਾਣੀ ਦੀਆਂ ਹੋ ਜਾਣਗੀਆਂ। ਗੁਰੂ ਕਿਰਪਾ ਕਰੇ। ਆਓ ਇਸ ਰੱਬੀ ਬਾਣੀ ਦੀ ਵਿਚਾਰ ਦੀ ਆਰੰਭਤਾ ਕਰੀਏ। ਫਿਰ ਬੇਨਤੀ ਕਰੀਏ ਸੱਚੇ ਪਾਤਸ਼ਾਹ ਇਸ ਪਵਿੱਤਰ ਬਾਣੀ ਦੀ ਵਿਚਾਰ ਦੀ ਸੇਵਾ ਬਖਸ਼ਿਸ਼ ਕਰਕੇ ਲੈਣ। ਇਹ ਅਗੰਮੀ ਅਗਾਧ ਬੋਧ ਬਾਣੀ ਹੈ, ਮਨੁੱਖ ਦੇ ਦਿਮਾਗ ਦੁਆਰਾ, ਮਨੁੱਖ ਦੀ ਰਸਨਾ ਨਾਲ ਵਿਚਾਰੀ ਜਾ ਸਕੇ ਬੜਾ ਮੁਸ਼ਕਲ ਹੈ। ਨਾਲ ਵਿਚਾਰਦੇ ਰਹਾਂਗੇ, ਨਾਲ ਜਿੱਥੇ ਜਿਹੜਾ ਜ਼ਿਕਰ ਕੁਝ ਆਏਗਾ ਵੀ ਹੋਰ ਇਸ ਬਾਣੀ ਪ੍ਰਥਾ ਉਹ ਵੀ ਆਪਾਂ ਵਿਚਾਰਦੇ ਰਹਾਂਗੇ। ਪਾਵਨ ਬਾਣੀ ਦੀ ਵਿਚਾਰ ਆਰੰਭ ਕਰੀਏ। ਆਖੋ ਜੀ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਕੁਝ ਭੁਲੇਖੇ ਜਿਹੜੇ ਆਪਾਂ ਜਾਂ ਭਰਮ ਨੇ ਉਹਨੂੰ ਨਾਲ ਨਾਲ ਦੂਰ ਕਰਦੇ ਜਾਣਾ ਹੈ। ਕੁਝ ਗੁਰਮੁਖੀ ਦਾ ਉਚਾਰਨ ਇੱਕ ਓੰਕਾਰ ਵੀ ਕਰਦੇ ਆ, ਕੋਈ ਏਕਮਕਾਰ ਵੀ ਕਰਦੇ ਆ, ਕੋਈ ਏਕ ਓੰਕਾਰ ਵੀ ਕਰਦੇ ਆ, ਪਰ ਨਹੀਂ, ਇੱਕ ਹੈ ਜਿਹੜਾ ਉਹ ਹਿੰਦਸੇ ਦਾ ਸੂਚਕ ਹੈ, ਹਿੰਦਸਾ ਗਣਿਤ ਦਾ ਹੈ। ਓੰਕਾਰ ਜਿਹੜਾ ਉਹ ਅੱਖਰ ਦਾ ਰੂਪ ਹੈ, ਸ਼ਬਦ ਦਾ ਰੂਪ ਹੈ। ਇਸ ਲਈ ਦੋਹਾਂ ਨੂੰ ਉਚਾਰਨ ਲੱਗਿਆ ਜੇ ਅਸੀਂ ਇੱਕੋ ਓੰਕਾਰ ਪੜਾਂਗੇ ਤੇ ਜਿਹੜਾ ਹੋੜਾ ਹੈ ਉਹ ਇੱਕ ਤੇ ਆ ਜਾਏਗਾ, ਇੱਕੋ ਹੋ ਗਿਆ। ਤੇ ਸਾਧ ਸੰਗਤ ਜਦੋਂ ਇੱਕ ਹੋੜਾ ਇੱਧਰ ਲਿਆਂਦਾ ਤੇ ਫਿਰ ਓੰਕਾਰ ਦਾ ਕੋਈ ਅਰਥ ਨਾ ਰਹਿ ਗਿਆ, ਉਹ ਤਾਂ ਓਕਾਰ ਹੋ ਗਿਆ ਇਕੱਲਾ। ਇਸ ਲਈ ਬੜੇ ਧਿਆਨ ਨਾਲ ਫਿਰ ਏਕਮਕਾਰ ਨਹੀਂ, ਕਿਉਂਕਿ ਇਹ ਐਸੇ ਤਰੀਕੇ ਨਾਲ ਇਹਦਾ ਉਚਾਰਨ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਉੱਥੇ ਜ਼ਿਕਰ ਕੀਤਾ ਉਹ ਇੱਕ ਡਿਫਰੈਂਟ ਚੀਜ਼, ਵੱਖਰੀ ਗੱਲ। ਇੱਕ ਓੰਕਾਰ, ਇੱਕ ਮਾਲਕ ਪਰਮਾਤਮਾ ਹੈ ਜਿਹੜਾ ਓੰਕਾਰ, ਓਕਾਰ ਆਕਾਰ ਮਕਾਰ, ਜਿਹੜਾ ਸਭ ਕੁਝ ਦਾ ਕਰਤਾ ਹੈ, ਜਿਹੜਾ ਸਭ ਕੁਝ ਨੂੰ ਬਣਾਉਣ ਵਾਲਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਅੰਦਰ ਵਿਆਪਕ ਹੈ, ਉਹ ਇੱਕ ਹੈ। ਔਰ ਯਾਦ ਰੱਖਣਾ, ਸਨਾਤਨੀ ਮਤ ਨੂੰ ਪੜ੍ਹੋਗੇ ਤੇ ਉਹਨਾਂ ਨੇ ਓਮ ਸ਼ਬਦ, ਅੱਜ ਵੀ ਤੁਸੀਂ ਵੇਖਿਓ ਓਮ, ਤੇ ਓਮ ਲਿਖਣ ਲੱਗਿਆਂ ਪਹਿਲਾਂ ਸਾਨੂੰ ਤੀਆ ਪਾਉਣਾ ਪੈਂਦਾ। ਪੰਜਾਬੀ ਵਾਹਿਗੁਰੂ ਗਣਤ ਦਾ ਹਿੰਦਸਾ ਤੀਆ, ਤੇ ਤੀਏ ਦੇ ਉੱਪਰ ਦੀ ਲਕੀਰ ਬਣਦੀ ਤੇ ਓਮ ਹੋ ਜਾਂਦਾ ਹੈ। ਤੁਹਾਨੂੰ ਪਤਾ ਵੀ ਓਮ ਦਾ ਇਹ ਰੂਪ ਕਿਉਂ ਹੈ, ਤੀਆ ਕਿਉਂ ਹੈ? ਕਿਉਂਕਿ ਉਹ ਤਿੰਨਾਂ ਨੂੰ ਮੰਨਦੇ ਨੇ। ਉਹਨਾਂ ਦਾ ਮੰਨਣਾ ਹੈ ਬ੍ਰਹਮਾ ਹੈ, ਵਿਸ਼ਨੂੰ ਹੈ, ਸ਼ਿਵਜੀ ਹੈ। ਇੱਕ ਪੈਦਾ ਕਰਦਾ ਹੈ ਬ੍ਰਹਮਾ ਹੈ, ਇੱਕ ਪਾਲਦਾ ਹੈ ਵਿਸ਼ਨੂੰ ਹੈ, ਤੇ ਸਾਧ ਸੰਗਤ ਇੱਕ ਮਾਰਦਾ ਹੈ ਮਹਾਦੇਵ ਹੈ, ਸ਼ਿਵਜੀ ਹੈ। ਤੇ ਅੱਗੇ ਤੁਸੀਂ ਪੜ੍ਹਦੇ ਵੀ ਹੋ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ ਜ਼ਿਕਰ ਆਏਗਾ। ਹੁਣ ਤਿੰਨਾਂ ਦੇ ਓਮ ਪਾਇਆ ਹੈ, ਤਿੰਨੇ ਸ਼ਕਤੀਆਂ ਨੇ, ਓਮ ਨੇ, ਤਾਂ ਤੀਏ ਨਾਲ ਓਮ ਬਣਿਆ। ਨਹੀਂ, ਇਹਦਾ ਰੂਪ ਹੋਰ ਵੀ ਹੋ ਸਕਦਾ ਸੀ। ਓਮ ਭਾਵੇਂ ਬੋਲੀਏ ਹੀ ਹੁੰਦੀ, ਰੂਪ ਹੋਰ ਵੀ ਹੋ ਸਕਦਾ ਸੀ, ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਇਹਦੇ ਅੱਗੇ ਹਿੰਦਸੇ ਵਾਲਾ ਏਕਾ ਲਾਇਆ, ਇੱਕ ਨਹੀਂ ਲਿਖਿਆ। ਈੜੀ ਸਿਹਾਰੀ ਕੱਕਾ ਇੱਕ ਵੀ ਲਿਖ ਦਿੰਦੇ, ਉਹ ਵੀ ਚੱਲ ਜਾਣਾ ਸੀ। ਤੇ ਵਿਦਵਾਨ ਮੰਨਦੇ ਨੇ ਉਹਨਾਂ ਦੇ ਅਰਥ ਵੱਖਰੇ ਹੋਣੇ ਸੀ। ਕੱਕੇ ਨੂੰ ਔਂਕੜ ਹੋ ਜਾਏ ਅਰਥ ਹੋਰ ਹੈ, ਸਿਹਾਰੀ ਹੋ ਜਾਏ ਅਰਥ ਹੋਰ ਹੈ, ਕੱਕਾ ਮੁਕਤਾ ਰਹਿ ਜੇ ਅਰਥ ਹੋਰ ਹੈ ਇੱਕ ਦਾ। ਪਰ ਜਦੋਂ ਹਿੰਦਸੇ ਵਾਲਾ ਇੱਕ ਲਗਾ ਦਿੱਤਾ, ਇਹਦਾ ਮਤਲਬ ਹੀ ਇੱਕੋ ਹੀ ਹੈ, ਇਹਦਾ ਮਤਲਬ ਹੀ ਉਹ ਹੈ, ਤੇ ਇਹਦਾ ਮਤਲਬ ਹੈ ਉਹ ਇੱਕ ਜਿਹਦੇ ਵਰਗਾ ਦੂਜਾ ਕੋਈ ਨਹੀਂ। ਆਪਣੇ ਕੋਲ ਸਮਾਂ ਨਹੀਂ। ਜਦੋਂ ਤੁਸੀਂ ਕਦੇ ਵਿਦਵਾਨਾਂ ਨੂੰ ਪੜ੍ਹੋਗੇ, ਸੁਣੋਗੇ, ਸਮਝੋਗੇ, ਉਹਨਾਂ ਨਾਲ ਵਿਚਾਰ ਕਰੋਗੇ ਤੇ ਗੱਲ ਪਕੜ 'ਚ ਆਏਗੀ ਕਿ ਵੇਦ ਵੀ ਮੰਨਦੇ ਨੇ ਵੀ ਇੱਕ ਹੈ, ਪਰ ਉਹ ਵਿਸ਼ਨੂੰ ਲਈ ਇੱਕ ਮੰਨਦੇ ਨੇ। ਅਸੀਂ ਨਿਰੰਕਾਰ ਲਈ ਇੱਕ ਮੰਨਦੇ ਆ। ਜਿਹੜੇ ਕਹਿੰਦੇ ਨੇ ਨਾ ਫਿਰ ਇਹ ਤਾਂ ਉਹ ਵੀ ਕਹਿੰਦੇ ਨੇ ਜੀ ਵੀ ਇੱਕ ਹੈ, ਫਲਾਨਾ ਵੀ ਕਹਿੰਦਾ ਇੱਕ ਹੈ। ਉਹ ਕਹਿੰਦੇ ਜਦੋਂ ਵੇਦ ਇੱਕ ਦੀ ਗੱਲ ਕਰਨਗੇ, ਉਹ ਇੱਕ ਵਿਸ਼ਨੂੰ ਦੀ ਗੱਲ ਕਰਨਗੇ, ਫਿਰ ਦੂਜੇ ਦੋ ਫਿਰ ਵੱਖਰੇ ਰਹਿ ਜਾਣਗੇ। ਪਰ ਨਹੀਂ, ਜਦੋਂ ਜਪਜੀ ਸਾਹਿਬ ਦੇ ਇੱਕ ਦੀ ਗੱਲ ਆਏਗੀ, ਗੁਰੂ ਗ੍ਰੰਥ ਸਾਹਿਬ ਦੇ ਰਮਤਾ ਦੀ ਇੱਕ ਦੀ ਗੱਲ ਆਏਗੀ, ਬਾਪੂ ਨੇ ਕਿਹਾ ਪਹਿਲਾਂ ਇੱਕ ਨਾਲ ਜੁੜ, ਫਿਰ ਬਾਣੀ ਤੈਨੂੰ ਉਸ ਇੱਕ ਨਾਲ ਮਿਲਾ ਦੇਗੀ। ਭਾਵ ਪਹਿਲਾਂ ਇੱਕ ਦੇ ਅੱਗੇ ਬੇਨਤੀ ਕਰ ਕਿ ਉਹ ਕੌਣ ਹੈ? ਓੰਕਾਰ, ਉਹ ਮਾਲਕ ਪ੍ਰਮਾਤਮਾ ਜੀ ਤੋਂ ਸਭ ਕੁਝ ਵਿਦਿਤ ਹੋਇਆ, ਸਭ ਕੁਝ ਬਣਿਆ, ਜਿਹਦੋਂ ਸਭ ਕੁਝ ਕੀਤਾ ਜਾ ਰਿਹਾ, ਉਹ ਤੋਂ ਉਹੀ ਪੈਦਾ ਕਰਨ ਵਾਲਾ, ਉਹੀ ਜੀਵਨ ਦੇਣ ਵਾਲਾ ਤੇ ਉਹੀ ਮਾਰਨ ਵਾਲਾ। ਨਹੀਂ ਤਾਂ ਬੰਦੇ ਨੂੰ ਭੁਲੇਖਾ ਪੈ ਸਕਦਾ ਸੀ ਨਾ। ਤੁਸੀਂ ਦੁਨੀਆ 'ਚ ਵੇਖਿਓ, ਜਿਹੜਾ ਜਨਮ ਦਿੰਦਾ ਹੁੰਦਾ ਹੈ ਉਹ ਪਾਲਦਾ ਤੇ ਹੈ, ਪਰ ਉਹ ਮਾਰਦਾ ਨਹੀਂ। ਮਾਂ ਪਿਓ ਜਨਮ ਦੇਣ ਵਾਲੇ ਨੇ, ਉਹ ਬੱਚੇ ਨੂੰ ਪਾਲਣਗੇ, ਮਾਰਨਗੇ ਨਹੀਂ। ਜਿਹੜੇ ਮਾਰਨਾ ਹੋਵੇ ਸਾਧ ਸੰਗਤ ਜੀ, ਉਹ ਪਾਲੇਗਾ ਕਿਉਂ? ਜਿਹੜਾ ਕਿਸੇ ਨੂੰ ਮਾਰਦਾ ਉਹਨੂੰ ਪਾਲਦਾ ਥੋੜ੍ਹੀ। ਹੁਣ ਇਹ ਬੜਾ ਵੱਡਾ ਇੱਕ ਭੁਲੇਖਾ ਸੀ। ਇੱਕ ਇਸ ਕਰਕੇ ਤਿੰਨ ਖੜੇ ਕਰ ਦਿੱਤੇ ਗਏ ਵੀ ਨਹੀਂ ਜੀ, ਜਨਮ ਹੋਰ ਦਿੰਦਾ ਹੈ, ਜਨਮ ਦੇਣ ਵਾਲਾ ਮਾਰੇਗਾ ਕਿਉਂ? ਇਸ ਲਈ ਜਨਮ ਦੇ ਕੇ ਉਹ ਪਰੇ ਹੋ ਗਿਆ, ਪਾਲਣ ਵਾਲਾ ਹੋਰ ਹੈ, ਮਾਰਨ ਵਾਲਾ ਹੋਰ ਹੈ। ਸਾਹਿਬ ਕਹਿੰਦੇ ਨਹੀਂ ਭਲਿਆ, ਇੱਕ ਓੰਕਾਰ, ਇੱਕ ਮਾਲਕ ਪ੍ਰਮਾਤਮਾ ਜਿਹੜਾ ਸਾਰੇ ਇੱਕ ਰਸ ਵਿਆਪਕ ਹੈ, ਜਿਹਦੀ ਸਾਰੇ ਕਾਰ ਹੈ, ਜਿਹਦੀ ਸਾਰੀ ਰਚਨਾ ਹੈ, ਜਿਹਤੋਂ ਸਾਰੀ ਸ੍ਰਿਸ਼ਟੀ ਬਣੀ ਹੈ, ਉਹੀ ਓੰਕਾਰ ਹੈ। ਉਹੀ ਸਾਧ ਸੰਗਤ ਜੀ ਸਾਰੇ ਵਿਆਪਕ ਹੈ, ਉਹ ਤੋਂ ਬਿਨਾਂ ਕੋਈ ਦੂਜਾ ਥਾਂ ਨਹੀਂ। ਹੁਣ ਸਾਧ ਸੰਗਤ ਜਿਹੜਾ ਐਸਾ ਓੰਕਾਰ ਮਾਲਕ ਪ੍ਰਮਾਤਮਾ ਇੱਕ ਹੈ,
ਫਿਰ ਬੰਦੇ ਦੇ ਮਨ 'ਚ ਸਵਾਲ ਖੜਾ ਹੋਇਆ ਵੀ ਕਦੇ ਹੁੰਦਾ ਹੋਏਗਾ, ਕਦੇ ਨਹੀਂ ਹੁੰਦਾ। ਅਸੀਂ ਇੱਦਾਂ ਹੀ ਹੈ ਨਾ, ਮਨੁੱਖ ਕਦੇ ਹੁੰਦਾ ਕਦੇ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਨੇ ਸਤਿਨਾਮ ਸਦੀਵ ਹੋਂਦ ਵਾਲਾ, ਸੰਸਕ੍ਰਿਤ ਦਾ ਸ਼ਬਦ ਹੈ ਸਤ ਹੈ, ਹੋਂਦ ਵਾਲਾ। ਤੇ ਨਾਮ ਤੋਂ ਅਰਥ ਹੈ ਉਹ ਮਾਲਕ ਪ੍ਰਮਾਤਮਾ, ਉਹਦੀ ਹਸਤੀ, ਉਹਦਾ ਨਾਮਨਾ ਸਤ ਹੈ। ਜੇ ਆਪਣੀ ਜਿਹਦੀ ਉਮਰ 50 ਸਾਲ ਹੈ, 50 ਸਾਲ ਤੋਂ ਪਹਿਲਾਂ ਉਹਦਾ ਨਾਮ ਨਹੀਂ ਸੀ ਹੁੰਦਾ। ਜੇ ਉਹਦਾ ਨਾਮ ਨਹੀਂ ਹੁੰਦਾ ਸੀ, ਉਹਦੇ ਨਾਮ ਵਾਲੇ ਹੋਰ ਬੰਦੇ ਹੋਣਗੇ, ਪਰ ਉਹ ਨਹੀਂ ਸੀ ਹੁੰਦਾ। ਹੁਣ ਜਿਹਨੂੰ ਆਪਾਂ ਬਲਵੰਤ ਸਿੰਘ ਕਹਿੰਦੇ ਆ, ਉਹਦੀ ਉਮਰ 40 ਸਾਲ ਹੋਵੇ, ਉਹ ਤੋਂ ਪਹਿਲਾਂ ਥੋੜ੍ਹੀ ਸੀ ਉਹ। ਇਹ ਕੁਝ ਸਾਲਾਂ ਬਾਅਦ ਉਹ ਨਹੀਂ ਰਹੇਗਾ, ਨਾਮ ਖਤਮ ਹੋ ਗਿਆ। ਪਰ ਯਾਦ ਰੱਖੋ, ਜੇ ਕਿਸੇ ਦਾ ਨਾਮ ਰਹੇ ਜੇ ਕੰਮਾਂ ਕਰਕੇ, ਉਹਦਾ ਸਰੀਰ ਨਹੀਂ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਮਾਲਕ ਸਤਿਨਾਮ ਸਦੀਵੀ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਹੈ। ਇਹ ਨਹੀਂ ਹੈ ਵੀ ਕਦੇ ਹੁੰਦਾ ਤੇ ਕਦੇ ਨਹੀਂ ਹੁੰਦਾ, ਉਹ ਸਦਾ ਹੀ ਹੈ। ਤੇ ਰਹਿੰਦਾ ਕਿੱਦਾਂ? ਜ਼ਿਮੀ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਉਹ ਸਦੀਵੀ ਹੋਂਦ ਵਾਲਾ ਤੇ ਸਦਾ ਹੈ। ਜੇ ਉਹ ਸਦਾ ਹੋਂਦ ਵਾਲਾ, ਫਿਰ ਕਰਦਾ ਕੀ ਹੈ? ਸਾਹਿਬ ਕਹਿੰਦੇ ਕਰਤਾ ਪੁਰਖ। ਉਹ ਕਰਤਾ ਵੀ ਹੈ ਤੇ ਪੁਰਖ ਦਾ ਅਰਥ ਹੁੰਦਾ, ਬਹੁਤ ਵਾਰ ਬੇਨਤੀ ਕੀਤੀ, ਪੂਰੀ ਪੂਰੀ ਬਸੰਤਾ ਸਾ ਪੁਰਖਾ, ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ, ਜਿਹੜਾ ਸਭ ਕੁਝ ਦਾ ਕਰਤਾ। ਦੁਨੀਆ 'ਚ ਕਰਤੇ ਨੇ ਨਾ। ਹੁਣ ਕਿਸੇ ਨੇ ਮਸ਼ੀਨ ਬਣਾਈ, ਮਸ਼ੀਨ ਕਿਤੇ ਚਲੀ ਗਈ, ਕਰਤਾ ਕਿਤੇ ਰਹਿ ਗਿਆ। ਕਿਸੇ ਨੇ ਘਰ ਬਣਾਇਆ, ਮਿਸਤਰੀ ਕਿਤੇ ਚਲਾ ਗਿਆ, ਘਰ ਕਿਤੇ ਰਹਿ ਗਿਆ। ਗੱਲ ਮੁਕਾਓ, ਜਿਹੜੀ ਚੀਜ਼ ਨੂੰ ਬਣਾਉਣ ਵਾਲਾ, ਚੀਜ਼ ਪਰੇ ਹੋ ਜਾਂਦੀ ਹੈ, ਕਿਰਤ ਪਾਸੇ ਹੋ ਜਾਂਦੀ ਹੈ, ਕਰਤਾ ਪਰੇ ਹੋ ਜਾਂਦਾ ਹੈ। ਪਰ ਪ੍ਰਭੂ ਪਰਮਾਤਮਾ ਐਸਾ ਜਿਹਨੇ ਸ੍ਰਿਸ਼ਟੀ ਨੂੰ ਰਚਿਆ, ਓੰਕਾਰ ਹੈ, ਇੱਕ ਹੈ, ਸਦੀਵੀ ਹੋਂਦ ਵਾਲਾ ਸਤਿਨਾਮ ਹੈ। ਕਰਤਾ ਪੁਰਖ, ਸਭ ਕੁਝ ਦਾ ਕਰਤਾ ਤੇ ਵਿੱਚ ਸਮੋਇਆ ਹੋਇਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪੁਰਖ ਰੂਪ ਹੈ, ਇਹਦਾ ਜ਼ਿਕਰ ਕਦੇ ਆਪਾਂ ਫਿਰ ਕਰਾਂਗੇ। ਉਹ ਬਸੰਤ ਸਭ ਥਾਵਾਂ ਤੇ ਵਿਆਪਕ ਹੈ ਤੇ ਪੁਰਖ ਰੂਪ ਹੈ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ, ਜਦੋਂ ਵੀ ਕਦੇ ਧਾਰਮਿਕ ਸਾਹਿਤ ਦੀ ਖੋਜ ਕਰੋਗੇ, ਭਾਵੇਂ ਸਾਹਿਬ ਨੇ ਵੀ ਕਿਹਾ ਵੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਉੱਥੇ ਅਰਥ ਹੈ ਤੂੰ ਪਾਲਣਹਾਰ। ਪਰ ਪ੍ਰਭੂ ਨੂੰ ਜਿੱਥੇ ਵੀ ਪੜ੍ਹੋਗੇ ਨਾ, ਉਹਨੂੰ ਪੁਰਖ ਮੰਨਿਆ ਹੋਇਆ, ਉਹਨੂੰ ਪੁਰਖ ਰੂਪ ਹੀ ਵਿਦਿਤ ਕੀਤਾ। ਉਹਦੇ ਕਾਰਨ ਨੇ। ਇਸ ਗੱਲ ਨੂੰ ਕਦੇ ਫਿਰ ਸਮਝਾਂਗੇ। ਕਰਤਾ ਪੁਰਖ, ਉਹ ਸਭ ਕੁਝ ਦਾ ਕਰਤਾ ਤੇ ਸਭ ਕੁਝ ਵਿੱਚ ਸਮਾਇਆ ਹੋਇਆ ਪੁਰਖ ਰੂਪ ਹੈ। ਫਿਰ ਸਾਹਿਬ ਕਹਿੰਦੇ ਜਿਹੜਾ ਪੁਰਖ ਰੂਪ ਹੈ, ਕਰਤਾ ਹੈ, ਉਹਨੂੰ ਕਿਸੇ ਦਾ ਭੈ ਹੋਏਗਾ, ਕਿਉਂਕਿ ਦੁਨੀਆ ਤੇ ਹਰੇਕ ਨੂੰ ਕਿਸੇ ਨਾ ਕਿਸੇ ਦਾ ਭੈ ਹੈ, ਜਾਂ ਕਿਸੇ ਕੋਈ ਨਾ ਕੋਈ ਕਿਸੇ ਦੇ ਹੁਕਮ 'ਚ ਹੈ। ਭੈ ਦਾ ਮਤਲਬ ਇਹ ਹੁੰਦਾ ਕਿਸੇ ਦੇ ਹੁਕਮ ਵਿੱਚ ਚੱਲਣਾ, ਭੈ ਵਿੱਚ ਚੱਲਣਾ। ਸਾਹਿਬ ਕਹਿੰਦੇ ਨਹੀਂ, ਨਿਰਭਉ, ਉਹ ਭਉ ਤੋਂ ਰਹਿਤ ਹੈ। ਜਿੱਥੇ ਉਹ ਡਰ ਤੋਂ ਰਹਿਤ ਹੈ ਨਾ ਜੀ, ਉੱਥੇ ਉਹ ਭੈ ਹੁਕਮ ਤੋਂ ਬਾਹਰ ਹੈ। ਹੁਕਮ ਨਹੀਂ ਉਹਦੇ ਤੇ ਚੱਲਦਾ ਕਿਸੇ ਦਾ। ਸਤਿਗੁਰੂ ਨੇ ਹੁਕਮ ਲਈ ਅਰਥ ਕੀ ਭੈ ਸ਼ਬਦ ਵਰਤਿਆ ਨਾ, ਆਸਾ ਜੀ ਕੀ ਵਾਰ ਅੰਦਰ। ਭੈ ਵਿੱਚ ਅਗਨ ਕੱਢਿਆ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਪ੍ਰਭੂ ਤੇ ਕਿਸੇ ਨਾ ਤੇ ਉਹਨੂੰ ਕਿਸੇ ਦਾ ਡਰ ਹੈ। ਡਰ ਕਿਉਂ ਨਹੀਂ? ਕਿਸੇ ਦਾ ਹੁਕਮ ਪ੍ਰਭੂ ਤੇ ਚੱਲਦਾ ਹੀ ਨਹੀਂ। ਉਹਦੇ ਅੰਦਰ ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹ ਭੈ ਤੋਂ ਤੇ ਭਉ ਤੋਂ ਰਹਿਤ ਹੈ, ਨਿਰਭਉ। ਤੇ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਡਰ ਨਾ ਹੋਵੇ ਨਾ ਜੀ, ਪਰ ਜ਼ਾਲਮ ਬਹੁਤ ਤਕੜਾ ਹੁੰਦਾ ਹੈ। ਦੁਨੀਆ 'ਚ ਤੁਸੀਂ ਵੇਖਿਓ, ਵੱਡੇ ਵੱਡੇ ਰਾਜੇ ਲੋਕ, ਜੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ, ਉਹਨੇ ਥੋੜ੍ਹੇ ਜਿਹੇ ਦੇਸ਼ 'ਤੇ ਵੀ ਕਬਜ਼ਾ ਕਰ ਲਿਆ। ਹਿਟਲਰ ਵਰਗੇ, ਹਲਾਕੂ ਵਰਗੇ, ਚੰਗੇਜ਼ ਖਾਂ ਵਰਗੇ, ਸਿਕੰਦਰ ਵਰਗੇ, ਉਹਨਾਂ ਨੇ ਫਿਰ ਬਹੁਤ ਜ਼ੁਲਮ ਕੀਤਾ। ਪਰ ਸਾਹਿਬ ਕਹਿੰਦੇ ਨਹੀਂ, ਉਹ ਫਿਰ ਵੀ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਜੋ ਅਸੀਂ ਕਰਮ ਕਰਦੇ ਹਾਂ, ਉਹਦਾ ਫਲ ਸਾਨੂੰ ਪ੍ਰਭੂ ਭੁਗਤਾਉਂਦਾ ਹੈ। ਇੱਥੇ ਇੰਨੀ ਕੁ ਬੇਨਤੀ ਕਰ ਸਕਣੀ ਸਮੇਂ ਮੁਤਾਬਕ। ਸਾਡਾ ਇਹ ਭੁਲੇਖਾ ਹੈ ਕਿ ਪਰਮਾਤਮਾ ਜੇ ਨਿਰਵੈਰ ਹੈ, ਫਿਰ ਸਾਨੂੰ ਦੁੱਖ ਕਿਉਂ ਦਿੰਦਾ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁੱਖ ਉਹ ਨਹੀਂ ਦਿੰਦਾ, ਦੁੱਖ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੋ ਸਕਦਾ ਹੈ। ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ, ਉਹ ਵੈਰ ਤੋਂ ਰਹਿਤ ਹੈ, ਉਹ ਦੋਖ ਤੋਂ ਰਹਿਤ ਹੈ। ਅਕਾਲ ਮੂਰਤ, ਜੋ ਨਿਰਵੈਰ ਹੈ, ਉਹਦੀ ਕੋਈ ਹਸਤੀ ਹੈ। ਸਾਹਿਬ ਕਹਿੰਦੇ ਉਹਦੀ ਮੂਰਤ ਕਹੀਏ ਹਸਤੀ, ਸਦੀਵੀ ਹੋਂਦ, ਉਹ ਅਕਾਲ ਮੂਰਤ ਹੈ, ਸਮੇਂ ਤੋਂ ਪਾਰ ਹਸਤੀ ਹੈ, ਵਿਜ਼ਾਊਨ ਟਾਈਮ ਹੈ। ਉਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ।
नहीं तो दुनिया अंदर ऐसा कुछ भी नहीं जिहदे ते समय का असर ना होवे। बड़े ध्यान नाल सुनना। समुद्रां ते समय का असर है, दरियावां ते समय का असर है, बनस्पति ते समय का असर है, दरख्त समय नाल सुक जाते हैं विरलिਆਂ ਨੂੰ छड्ड के। बंदे ते समय का असर है, जिद्दां दा कोई 5 साल की उम्र च है वो लख यतन कर ले 20 सालों बाद उदां दा नहीं रह सकता। समा वड्डियां वड्डियां नूं बदल दिंदा ते वड्डियां वड्डियां नूं खा जांदा, खत्म कर दिंदा है। साहब ने इत्थों तक कहा ना चौपाई साहब अंदर कहन लगे सब कुछ समय की हस्ती अंदर है। काल पाए ब्रह्मा बपधरा, काल पाए शिवजू अवतरा। सब कुछ की गल करदियां कह दिता, कहन लगे सकल काल का कीया तमाशा। सब कुछ काल के दायरे अंदर, समय के दायरे अंदर, उहदे तमाशे अंदर ने। पर परमात्मा है वजाऊं टाइम, अकाल मूरत, समय तो पार हस्ती है। उहदे ते समय का कोई असर नहीं। क्यों? क्योंकि समा उहदे करके है, सब कुछ उहदे करके है। वो घड़नहार बनाउणहार है। जे वो इन्ना वड्डा है फिर साहब कहंदे उहनूं उहदा कोई माता पिता, उहदा आउण दा जरिया साधन अजूनी ऐड़ा जरूर पढ़िया करो जो अजूनी पढ़ते हो। कई वारी बहुत वारी जप करते हैं, गुरमुख पढ़ते ने, वो पढ़ जाते हैं निरभौ निरवैर अकाल मूरत जूनी। ऐड़ा लगता परे हो गया तो जूनी हो गया। जूनी का अर्थ हो गया जूना विच। अजूनी कट्ठा भी रखना, निखड़न नहीं देना। अजूनी ऐड़े नाल जूना तो रैत, इहदा मतलब केवल ये नहीं भी वो जूना च नहीं आउंदा। इहदा मतलब है वो माता पिता के मिलाप तो नहीं बढ़िया। दुनिया में जिन्ना कुछ बनता उहदे लई पुरुष औरत का मिलाप, नर मादे का मिलाप, उहदे तो सब कुछ पैदा होंदा है। ईवन के बहुत फल भी ऐसे ने दरख्तां दे नर मादे बिना बनते ही नहीं। बहुत कुछ शहद है, शहद दीयां मक्खियां वेखो नर ते मादा हुंदियां ने। सब कुछ इदां ही पैदा होंदा है। बहुत विस्तार में जावां ते तुहानूं ये चीज़ बहुत थावां ते जाके लभ जाएगी। सब कुछ विच नर ते मादा है, भावें वो दरख्त होण, बनस्पति होवे, पशु पंछी ते आपां वेखणे या मनुखा जाति भी है। इदां ही साध संगत जी स्टोनमी अंदर तुसीं पढ़ सकदे हो। पर एक प्रभु है, एक मालक है जिहड़ा आजूनी, जिहड़ा माता पिता के मिलाप तो नहीं बनिया। ना तात है ना मात है। जाप साहब तात कहिए पिता, मात कहिए माता। कलगी वाले बापू कहंदे ना उहदा कोई पिता है ना उहदा कोई माता है। जिहड़ा ऐसा मालक परमात्मा है फिर वो बनिया किदां? सवाले खड़ा होना सी। साहब ने जवाब दिता है, साहब हूँ सुते प्रकाश अपने आप थापिया ना जाए, कीता ना होए आपे आप निरंजन सोए। वो सदैव है, अपने आप तो है। ऐसा प्रभु मिलदा किदां है? गुर प्रसाद, गुरु की किरपा नाल, गुरु की बख्शिश नाल मिलदा है। गुर प्रसाद पहला साडे वास्ते बाणी भी है, गुरबाणी का जाप भी गुर प्रसाद है। फिर गुरमंत्र का जाप भी गुर प्रसाद है। जदों नाम बाणी नाल जुड़ांगे, इस गुर प्रसाद नाल जुड़ांगे तो फिर गुरु की बख्शिश वरतेगी। इसलिए गुरु की किरपा नाल, गुरु की मेहरमत नाल मिलदा है जप। हुण इस पावन बाणी का नाम भी है, याद रखिया जे। ते अगे जाके जो गुरु नानक साहब ने पहला बख्शिश की ना पावन शब्दां अंदर, जो आप पढ़ आए गुरप्रसाद तक, अगे अगलेरे शब्दां अंदर उहदी होंद, उहदी अवस्था का भी जिक्र किया। हुण समझियो जप, जप नूं फिर समझियो जपना किनूं है। साहब कहंदे जिहदा जिक्र फिर अगे करदे आ। पहलां करके आए ने, कमाल दी गल है। जिहड़ा ये मंगला चरण है, जिहड़ा उपर पढ़िया, जिहड़ा मूल मंत्र का हिस्सा उपर, जिहड़ा महावाक है, साध संगत जी इहनूं इन्ना विद्वान मनते हैं भी ये जिथे मूल मंत्र साहिब का हिस्सा भी है, उत्थे ये गुरु ग्रंथ साहिब का भी मंगला चरण है तो जपजी साहिब का भी मंगला चरण है। वो खैर विद्वानां दे विचारन वाले सबजैक्ट विषय ने। जप जप किवें करना फिर समझना, रसना नाल बोलना, कन्नां नाल सुनना। जप साहब कहते जप तो बिना गल नहीं बनेगी। जप बाणी नूं अगे रखिया। गुरु ग्रंथ साहिब की जिन्नी बाणी है सारी नूं जपना है, रसना नाल बोलना, कन्नां नाल श्रवण करना। जप
ਬਾਣੀ ਦਾ ਵੀ ਸਿਰਲੇਖ ਹੈ। ਤੇ ਸਾਹਿਬ ਨੇ 2 ਡੰਡੀਆਂ ਉਧਰ ਤੇ 2 ਉਧਰ ਲਾ ਕੇ ਰੱਖਿਆ। ਇਸ ਜਪ ਨੂੰ ਕਹਿਣ ਲੱਗੇ, ਜਿੱਦੇ ਰੱਬੀ ਬਾਣੀ ਨੂੰ ਜਪਣ ਲੱਗ ਪਿਆ, ਸਮਝ ਲਾ ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਇਹ ਅਵਸਥਾ ਤੈਨੂੰ ਗੁਰੂ ਦੇ ਦਰ ਤੋਂ ਮਿਲ ਜਾਏਗੀ। ਤੇ ਕਿਹਨੂੰ ਜਪਣਾ ਹੈ? ਉਹਨੂੰ ਨਹੀਂ ਜਪਣਾ ਜਿਹੜਾ ਕਦੇ ਹੁੰਦਾ ਕਦੇ ਨਹੀਂ ਹੁੰਦਾ। ਪਹਿਲਾਂ ਫਿਰ ਸਮਝੋ, ਉਹਨੂੰ ਜਪਣਾ ਜਿਹੜਾ ਸਤਨਾਮ ਸਦਾ ਹੈ। ਉਹਨੂੰ ਜਪਣਾ ਜਿਹੜਾ ਕਰਤਾ ਪੁਰਖ, ਉਹਨੂੰ ਜਪਣਾ ਜਿਹੜਾ ਨਿਰਭਉ ਨਿਰਵੈਰ ਹੈ। ਉਹਨੂੰ ਜਪਣਾ ਜਿਹੜਾ ਸਮੇਂ ਤੋਂ ਪਾਰ ਅਕਾਲ ਮੂਰਤ ਹੈ। ਉਹਨੂੰ ਜਪਣਾ ਜਿਹੜਾ ਅਜ਼ੂਨੀ ਤੇ ਸਹਿਪੰਗ, ਉਹਨੂੰ ਜਪਣਾ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲੇਗਾ ਤੇ ਮਿਲਦਾ ਹੈ। ਫਿਰ ਕਿਹਨੂੰ ਜਪਣਾ ਹੈ? ਸਾਹਿਬ ਕਹਿੰਦੇ ਆਦਿ ਸੱਚ ਜੁਗਾਦਿ ਸੱਚ। ਹੁਣ 4 ਸ਼ਬਦ ਨੇ, ਬੜੇ ਧਿਆਨ ਨਾਲ ਸਮਝਿਓ, ਇਸੇ ਸਮਾਪਤੀ ਕਰਾਂਗੇ। ਦੁਨੀਆ ਅੰਦਰ 3 ਟੈਂਸ ਨੇ। ਜਦੋਂ ਇੰਗਲਿਸ਼ ਨੂੰ ਪੜ੍ਹੋਗੇ, ਪਾਸਟ ਹੈ, ਪ੍ਰੈਜੈਂਟ ਹੈ, ਫਿਊਚਰ ਹੈ, ਭੂਤਕਾਲ ਹੈ, ਵਰਤਮਾਨ ਹੈ, ਭਵਿੱਖਤ ਹੈ। ਲੰਘਿਆ ਹੋਇਆ ਸਮਾਂ, ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ, 3 ਕਾਲ ਨੇ ਨਾ। ਕਿ ਹਰੇਕ ਥਾਂ ਤੇ ਤਿੰਨਾਂ ਦਾ ਜ਼ਿਕਰ ਆਉਂਦਾ ਹੈ, ਲੰਘ ਗਿਆ, ਚੱਲ ਰਿਹਾ, ਆ ਰਿਹਾ। ਪਰ ਸਤਿਗੁਰੂ ਨੇ ਪ੍ਰਭੂ ਲਈ, ਪਰਮਾਤਮਾ ਲਈ 4 ਅਵਸਥਾ ਵਰਤੀਆਂ ਨਹੀਂ, ਸਾਰਿਆਂ ਨੇ 3 ਹੀ ਵਰਤੀਆਂ। 4 ਕੀ ਵਰਤੀਆਂ? ਆਦਿ ਸੱਚ। ਹੁਣ ਸਾਧ ਸੰਗਤ ਜੀ, ਪ੍ਰਭੂ ਦਾ ਕੋਈ ਆਦ ਨਹੀਂ। ਇਹ ਨਹੀਂ ਵੀ ਆਦ ਦਾ ਅਰਥ ਮੁੱਢ ਹੁੰਦਾ, ਮੂਲ ਹੁੰਦਾ। ਰੱਬ ਦਾ ਵੀ ਕੋਈ ਮੁੱਢ ਨਹੀਂ, ਉਹਦੇ ਸਦੀਵੀ ਹੈ। ਉਹਦੇ ਬਾਰੇ ਤੇ ਕੋਈ ਕਿਹਾ ਹੀ ਨਹੀਂ ਜਾ ਸਕਦਾ। ਕੋ ਕਹਿ ਨਾ ਸਕੈ ਤੂੰ ਕਦ ਕਾ, ਜਦੋਂ ਆਪ ਸੋਈਏ ਪੜੋਗੇ ਪਟ ਸਾਹਿਬਾਨਾਂ ਦੇ। ਫਿਰ ਕਿਹਦੇ ਆਦ ਦੀ ਗੱਲ ਕੀਤੀ ਹੈ? ਸ੍ਰਿਸ਼ਟੀ ਦੇ ਆਦ ਦੀ। ਜਦੋਂ ਤੋਂ ਸ੍ਰਿਸ਼ਟੀ ਦੀ ਆਰੰਭਤਾ ਹੋਈ, ਯਾਦ ਰੱਖਿਓ, ਕਦੋਂ ਸੂਰ ਚੰਦਰਮਾ ਬਣੇ, ਕਿੱਦਾਂ, ਜਦੋਂ ਅੱਗੇ ਅੱਗੇ ਬਚਨ ਆਉਣਗੇ। ਆਪਾਂ ਉਹਨੂੰ ਸਾਇੰਟੀਫਿਕਲੀ ਵੀ ਅਜੋਕੇ ਸਮੇਂ ਦੇ ਹਾਲਾਤ ਨਾਲ ਵਾਚਾਂਗੇ। ਇੱਥੇ ਨਹੀਂ ਸਮਝਿਓ ਆਦਿ ਸੱਚ। ਸੱਚ ਦੇ ਅਰਥ ਵੀ ਸੁਣਨਾ। ਸੱਚ ਦੇ ਅੱਖਰੀ ਅਰਥ ਨੇ ਸੱਤਿਆ ਤੋਂ ਸਦਾ ਰਹਿਣ ਵਾਲਾ, ਪਰ ਸੱਚ ਦੇ ਅਰਥ ਨੇ ਕਦੇ ਨਾ ਬਦਲਣ ਵਾਲਾ। ਝੂਠ ਦੇ ਅਰਥ ਹੁੰਦੇ ਨੇ ਜਿਹੜਾ ਬਦਲ ਜਾਏ, ਆਪਾਂ ਉਹਨੂੰ ਕਹਿੰਦੇ ਝੂਠਾ ਹੈ, ਝੂਠ ਬੋਲਦਾ। ਅੱਜ ਕੁਝ ਹੋਰ ਕਵੇ, ਕੱਲ ਕੁਝ ਹੋਰ ਕਵੇ। ਸਾਹਿਬ ਕਹਿੰਦੇ ਪ੍ਰਮਾਤਮਾ ਆਦਿ ਸੱਚ। ਜਦੋਂ ਤੋਂ ਸ੍ਰਿਸ਼ਟੀ ਦੀ ਆਰੰਭਤਾ ਹੋਈ, ਉਹਦੇ ਵਿੱਚ ਹੈ, ਸਦੀਵ ਹੈ। ਜੁਗਾਦ ਸੱਚ, ਜੁਗ ਜਮਾਂ ਆਦ। ਕੇਵਲ ਸਮੇਂ ਦੇ ਮੁਤਾਬਕ ਸੱਚ ਨਹੀਂ। ਫਿਰ ਸੁਣਨਾ, ਜਦੋਂ ਤੋਂ ਸਭ ਕੁਝ ਬਣਿਆ, ਸੂਰਜ ਬਣਦਾ ਹੈ, ਲੰਮਾ ਟਾਈਮ ਬੀਤਦਾ, ਉਹਦੇ ਨਾਲੋਂ ਧਰਤੀ ਟੁੱਟਦੀ, ਗੋਲਾ ਧਰਤੀ ਬਣਦੀ, ਚੰਦਰਮਾ ਬਣਦਾ, ਹੋਰ ਗ੍ਰਹਿ ਬਣਦੇ। ਕਾਰਨ ਕਿੱਦਾਂ ਬਣੇ ਕਦੇ ਫਿਰ। ਪਰ ਯਾਦ ਰੱਖਿਓ, ਜਦੋਂ ਤੋਂ ਇਹ ਖੇਡ ਬਣੀ, ਉਦੋਂ ਤੋਂ ਲੈ ਕੇ ਸੱਚ। ਯੁੱਗਾਂ ਦੇ ਜਦੋਂ ਤੋਂ ਆ ਸਮਾਂ ਬਣ ਗਿਆ, ਮਨੁੱਖ ਜਾਤੀ ਪੈਦਾ ਹੋ ਗਈ, ਸਮੇਂ ਦੀਆਂ ਵੰਡਾਂ ਹੋ ਗਈਆਂ। 4 ਯੁੱਗ ਬਣਾ ਲਏ, ਦਿਨ ਰਾਤ ਬਣਾ ਲਏ, ਮਹੀਨੇ ਬਣਾ ਲਏ, ਸਾਲ ਬਣਾ ਲਏ, ਫਿਰ ਸਦੀਆਂ ਬਣ ਗਈਆਂ, ਘੰਟੇ ਹੋ ਗਏ, ਮਿੰਟ ਸਕਿੰਟ ਹੋ ਗਏ, ਘੜੀਆਂ ਪਹਿਰੇ, ਚਸਾ ਵਿਸ਼ਵੇ ਸਾਰੇ ਹੋ ਗਏ। ਇਹਨੂੰ ਕਹੀਏ ਯੁੱਗ ਆਦ ਜੁਗਾਦ। ਯੁੱਗਾਂ ਦੀ ਆਰੰਭਤਾ ਦੇ ਸਮੇਂ ਤੋਂ ਸੱਚ ਹੈ, ਤੇ ਯੁੱਗਾਂ ਦੇ ਵਿੱਚ ਵੀ ਸੱਚ ਹੈ ਵੀ ਸੱਚ। ਹੁਣ ਵੀ ਸੱਚ ਹੈ, ਪ੍ਰੈਜੈਂਟ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ। ਜਦੋਂ ਇਹ ਸ੍ਰਿਸ਼ਟੀ ਨਹੀਂ ਰਹੇਗੀ, ਉਹ ਉਦੋਂ ਵੀ ਸੱਚ ਰਹੇਗਾ। ਇਸ ਲਈ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ, ਉਹਨੂੰ 2 ਮਿੰਟਾਂ ਵਿੱਚ ਸੁਣਿਓ। ਵੇਖੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਮਦਾਰੀ ਖੇਡ ਪਾਉਂਦਾ ਹੈ, ਤਮਾਸ਼ਾ ਕਰਦਾ ਹੈ ਨਾ। ਬਾਜੀਗਰ ਬਾਜੀ ਪਾਉਂਦਾ ਹੋਵੇ, ਕਿੱਦਾਂ ਸੱਚ ਹੈ ਚਾਰੇ ਵਸਤਾਂ ਦੇ ਪ੍ਰਭੂ। ਜਦੋਂ ਬਾਜੀਗਰ ਬਾਜੀ ਪਾਉਂਦਾ ਨਾ, ਉਹ ਖੇਡ ਤੋਂ ਪਹਿਲਾਂ ਵੀ ਹੁੰਦਾ ਹੈ। ਬਾਜੀਗਰ ਖੇਡ ਪੈ ਰਹੀ ਹੁੰਦੀ ਹੈ, ਬਾਜੀਗਰ ਉਦੋਂ ਵੀ ਹੁੰਦਾ। ਖੇਡ ਮੁੱਕ ਜਾਂਦੀ ਹੈ, ਬਾਜੀਗਰ ਨਹੀਂ ਮੁੱਕਦਾ, ਉਦੋਂ ਵੀ ਹੁੰਦਾ। ਇਹਦਾ ਮਤਲਬ ਤਮਾਸ਼ਾ ਮੁੱਕਦਾ, ਬਾਜੀਗਰ ਨਹੀਂ ਮੁੱਕਦਾ। ਉਹ ਖੇਡ ਤੋਂ ਪਹਿਲਾਂ ਵੀ ਹੈ, ਖੇਡ ਦਰਮਿਆਨ ਵੀ ਹੈ, ਖੇਡ ਤੋਂ ਬਾਅਦ ਵੀ ਹੈ। ਖੇਡ ਮੁੱਕੀ ਹੈ। ਹੋਰ ਸੌਖੀਆਂ ਕਰਦੇ ਹਾਂ, ਫਿਲਮਾਂ ਚੱਲਦੀਆਂ ਅੱਜ ਕੱਲ੍ਹ, ਜਿਹੜੇ ਸੱਜਣ ਵੇਖਦੇ ਨੇ, ਉਹਦੇ ਵਿੱਚ ਖੇਡ ਕਰਨ ਵਾਲਾ, ਫਿਲਮ ਕਰਨ ਵਾਲਾ ਪਹਿਲਾਂ ਵੀ ਹੈ, ਫਿਲਮ ਦੇ ਦਰਮਿਆਨ ਵੀ ਹੈ। ਫਿਲਮ ਮੁੱਕ ਗਈ, ਉਹ ਥੋੜ੍ਹੀ ਮਰਿਆ। ਇੱਦਾਂ ਹੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਪ੍ਰਮਾਣ ਦਿੱਤਾ, ਬਾਜੀਗਰ ਜੈਸੇ ਬਾਜੀ ਪਾਈ। ਇੱਦਾਂ ਹੀ ਪ੍ਰਭੂ ਮੰਨੋ ਬਾਜੀਗਰ ਹੈ, ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਹੈ, ਤੇ ਸੰਸਾਰ ਦੀ ਰਚਨਾ ਦੇ ਦਰਮਿਆਨ ਵੀ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਹ ਰਚਨਾ ਖਤਮ ਹੋ ਸਕਦੀ ਹੈ ਤੇ ਹੋਏਗੀ, ਕਿੰਨੀ ਵਾਰ ਹੁੰਦੀ ਹੈ, ਕਿੰਨੀ ਵਾਰ ਬਣਦੀ ਹੈ। ਢਾਉਂਦਾ ਕਦੇ ਤੇ ਕਦੇ ਉਸਾਰ ਲੈਂਦਾ, ਉਹਦੀ ਖੇਡ ਹੈ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਇਸ ਲਈ ਸਾਧ ਸੰਗਤ ਜੀ, ਨਾਨਕ ਹੋਸੀ ਵੀ ਸੱਚ। ਜਦੋਂ ਕੁਝ ਵੀ ਨਹੀਂ ਰਹੇਗਾ,
ਉਹ ਉਦੋਂ ਵੀ ਸੱਚ ਹੈ, ਉਹ ਬਦਲਣ ਵਾਲਾ ਨਹੀਂ। ਐਸੇ ਪ੍ਰਭੂ ਨਾਲ ਜੁੜੀਏ। ਇੱਥੋਂ ਤੱਕ ਆਪਾਂ ਇਸ ਪਾਵਨ ਬਾਣੀ ਜਪਜੀ ਸਾਹਿਬ ਦੀ ਭੂਮਿਕਾ, ਇਹਦੇ ਕੁਝ ਇਤਿਹਾਸਕ ਹਵਾਲੇ ਤੇ ਨਾਲ ਨਾਲ ਪਾਵਨ ਬਾਣੀ ਦੀ ਰਮਤਾ ਦੇ ਜਿਹੜੇ ਪਾਵਨ ਬਚਨ ਨੇ, ਇਹਦੀ ਸਾਧ ਸੰਗਤ ਜੀ ਆਪਾਂ ਸੰਖੇਪ ਜਿਹੜੀ ਵਿਆਖਿਆ ਹੈ ਉਹ ਕਰ ਪਾਏ ਹਾਂ। ਅੱਗੇ ਪੌੜੀਆਂ ਦੀ ਰਮਤਾ ਹੋਏਗੀ, ਇਹਨੂੰ ਅਗਲੇ ਪਾਠ ਅੰਦਰ ਆਪ ਜੀ ਨੇ ਸ਼ਰਵਣ ਕਰਨ ਦਾ ਯਤਨ ਕਰਨਾ। ਅਸੀਸ ਬਖਸ਼ਣੀ ਸਤਿਗੁਰੂ ਕਿਰਪਾ ਕਰਕੇ ਮੇਰਾ ਮਤ ਕਰਕੇ ਸੇਵਾ ਲੈਣ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਨਹੀਂ ਚਿਤਾਰਨੀਆਂ, ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਬਚਨ ਸਾਹਿਬ ਦੇ ਹਿਰਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ। ਭੁੱਲਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਦੀ ਦਾਤ ਦੇਣੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੈ, ਸਾਹਿਬ ਸਿਓ ਮੇਲ ਅਦਬ ਪਿਆਰ ਸਤਿਕਾਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।